ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਆਨੰਦ ਸਾਹਿਬ ਦੀ ਪੌੜੀਆਂ ਦੀ ਅਸੀਂ ਵਿਚਾਰ ਕਰ ਰਹੇ ਹਾਂ ਔਰ 11 ਪੌੜੀਆਂ ਜੋ ਅਸੀਂ ਪਿਛਲੇ ਆਪਣੇ ਕਲਾਸ ਦੇ ਵਿੱਚ ਕੀਤੀਆਂ ਸੀ। ਜੋ ਪਿੱਛੇ 11 ਨੰਬਰ ਦੀ ਜਿਹੜੀ ਪੌੜੀ ਹੈ ਉਹਦੇ ਵਿੱਚ ਕੁਟੰਬ ਦੀ ਗੱਲ ਕੀਤੀ ਸੀ। ਇਹ ਕੁਟੰਬ ਤੂੰ ਜੋ ਦੇਖਤਾ चले नहीं तेरे नाले, साथ तेरे चले नहीं तिस नाल क्यों चतलाई है, ऐसा कम मूल्य ना कीजिए जित अंत पछताई है, सतगुरु का उपदेश सुन तू होवे तेरे नाले, कहे नानक मन प्यारे तू सदा सच संभाले। जिथे गल शुरुआत की सी ना, आनंद प्या मेरी माए सतगुरु में पाया, सतगुरता पाया सहज जेती मन वजिया में, ਉਹਦੇ 'ਚ ਗੱਲ ਜਿਹੜੀ ਅੱਗੇ ਜਾ ਕੇ ਕੀਤੀ ਕਿ ਇਹ ਮਨ ਮੇਰਿਆ ਤੂੰ ਸਦਾ ਰੋਵਰ ਨਾਲੇ। ਮਨ ਦੀ ਸਾਰੀ ਬਾਣੀ ਜਿਹੜੀ ਨੇ ਮਨ ਨੂੰ ਸਮਝਾਉਣ ਦੀ ਗੱਲ ਵੈਸੇ ਪੂਰੀ ਬਾਣੀ ਮਨ ਦੀ ਹੈ, ਲੇਕਿਨ ਆਨੰਦ ਸਾਹਿਬ ਦੀ ਬਾਣੀ ਜਿਹੜੀ ਹੈ ਮਨ ਨੂੰ ਆਨੰਦਿਤ ਜਿਹੜਾ ਸਿਰਫ ਕੇਵਲ ਮਨ ਹੀ ਹੁੰਦਾ, ਤੇ ਇਹ ਮਨ ਨੂੰ ਸਮਝਾਉਣ ਦੀ ਗੱਲ ਹੈ ਔਰ ਮਨ ਨੂੰ ਆਨੰਦ ਦੇਣ ਦੀ ਸਾਰੀ ਗੱਲ ਇਸ ਬਾਣੀ ਦੇ ਵਿੱਚ ਦੱਸੀ ਹੈ। ਔਰ ਜਿੱਥੇ ਪਿਛਲੀ ਗੱਲ ਨੂੰ ਅਸੀਂ ਰੀਕੈਪ ਕਰੀ ਤੇ ਕਹੇ ਨਾਨਕ ਮਨ ਪਿਆਰੇ ਤੂੰ ਸਦਾ ਸੱਚ ਸੰਭਾਲੇ। ਇਸ ਤੋਂ ਪਹਿਲੇ ਕਿਹਾ ਸੀ ਇਹ ਮਨ ਚੰਚਲਾ, ਚਤੁਰਾਈ ਕੇ ਨਾ ਪਹਿਲੇ ਚੰਚਲ ਗਿਆ, ਲੇਕਿਨ ਦੂਜੇ ਪਾਸੇ ਜਿਹੜਾ ਹੈ ਉਹਨੂੰ ਪਿਆਰ ਦੇ ਨਾਲ ਨੂੰ ਸਮਝਾਇਆ ਇਹ ਮਨ ਪਿਆਰਿਆ ਤੂੰ ਸਦਾ ਸੱਚ ਸੰਭਾਲੇ, ਤੂੰ ਸੱਚ ਦੀ ਸੰਭਾਲ ਕਰ। ਹੁਣ ਇਸੇ ਮਨ ਦੀ ਅੱਗੇ ਗੱਲ ਕੀਤੀ ਹੈ ਕਿ ਮਨ ਦੇ ਵਿੱਚ ਨਾ ਖਿਆਲ ਆਉਂਦੇ, ਮਨ ਹੈ ਹੀ ਖਿਆਲਾਂ ਦਾ ਮੁਜੱਸਮਾ, ਜਿਹੜਾ ਖਿਆਲਾਂ ਦੀ ਸਾਰੀ ਖੇਡ ਹੈ। ਔਰ ਖਿਆਲ ਜਿਹੜੇ ਨੇ ਉਹ ਕਈ ਕਿਸਮ ਦੇ ਹੁੰਦੇ ਨੇ, ਸਵੇਰ ਤੋਂ ਲੈ ਕੇ ਸ਼ਾਮ ਤੱਕ ਦੇ ਅਸੀਂ ਪਤਾ ਨਹੀਂ ਸੈਂਕੜੇ ਹਜ਼ਾਰੋਂ ਖਿਆਲ ਆਉਂਦੇ ਨੇ। ਔਰ ਖਿਆਲ ਜਿਹੜੇ ਨੇ ਉਹ ਉੱਚੀ ਪੱਧਰ ਦੇ ਵੀ ਹੋ ਸਕਦੇ ਨੇ, ਨੀਵੀਂ ਪੱਧਰ ਦੇ ਵੀ ਹੋ ਸਕਦੇ ਨੇ। ਕਈ ਉਚਾਈ ਨੂੰ ਛੂ ਸਕਦੇ ਨੇ ਖਿਆਲ, ਔਰ ਕਈ ਗਹਿਰਾਈ ਤੱਕ, ਕਈ ਡੂੰਘਾਈ ਤੱਕ, ਕਈ ਨੀਚਤਾ ਤੱਕ ਵੀ ਜਾ ਸਕਦੇ ਨੇ ਖਿਆਲ। ਜਪਜੀ ਸਾਹਿਬ ਅਸੀਂ ਪੜ੍ਹਦੇ ਹਾਂ ਨਾ, ਜਦੋਂ ਜੇ ਤੇ ਉਹਦੀ ਲਫ਼ਜ਼ੀ ਮੀਨਿੰਗ ਕਰਦੇ ਹਾਂ, ਜਦੋਂ ਲਫ਼ਜ਼ੀ ਮੀਨਿੰਗ 'ਚ ਤੇ ਫਿਰ ਸਾਨੂੰ ਗੱਲ ਕੁਝ ਹੋਰ, ਹਰ ਪੌੜੀ ਦੇ ਬਾਅਦ ਇਸ ਤਰ੍ਹਾਂ ਲੱਗਦਾ ਕੁਝ ਹੋਰ ਹੀ ਕਿਹਾ ਗਿਆ। ਲੇਕਿਨ ਜਦੋਂ ਅਸੀਂ ਮਨ ਦੇ ਨਾਲ ਰਿਲੇਟ ਕਰਕੇ ਪੜ੍ਹਦੇ ਹਾਂ ਨਾ ਉਹਨੂੰ, ਕਿ ਸਚਿਆਰਾ ਹੋਏ ਕਿ ਕੂੜੇ ਟੁੱਟੇ ਪਾਲ, ਜੇ ਕੋ ਮਨ ਜਾਣੇ ਮਨ ਕੋਈ ਵਾਲੀ ਗੱਲ ਜਿਹੜੀ ਹੈ, ਉਹ ਕੂੜੇ ਟੁੱਟੇ ਪਾਲ ਜਿਹੜੀ ਗੱਲ ਹੈ ਨਾ, ਉਹ ਵੀ ਮਨ ਦੀ ਗੱਲ ਹੈ। ਉਹ ਸਚਿਆਰਾ ਮਨ ਨਹੀਂ ਬਣਨਾ। ਜੇ ਉਸ ਨੂੰ ਆਧਾਰ ਬਣਾ ਕੇ ਗੱਲ ਸਮਝੀ ਜਾਏ ਨਾ, ਤੇ ਫਿਰ ਅੱਗੇ ਜਦੋਂ ਸਾਰੀਆਂ ਪੌੜੀਆਂ ਪੜ੍ਹਦੇ ਆ ਉਹਦੇ 'ਚ ਇੱਕ ਆਉਂਦੀ ਹੈ ਨਾ, ਜਦੋਂ ਪਾਤਾਲਾ ਪਾਤਾਲ ਲਖ ਆਗਾਸਾਂ ਆਗਾਸ, ओढ़क ओढ़क पाल तक वेद कहे नहीं पाल। ਹੁਣ ਜਦੋਂ ਲਫ਼ਜ਼ੀ ਮੀਨਿੰਗ ਕਰਦੇ ਆ ਤਾਂ ਸਿਰਫ ਇਸ ਤਰ੍ਹਾਂ ਹੀ ਲੱਗਦਾ ਕਿ ਲੱਖਾਂ ਹੀ ਪਤਾਲ ਨੇ, ਲੱਖਾਂ ਹੀ ਆਗਾਜ਼ ਨੇ। ਇਹ ਫਿਰ ਹੈ ਨੇ ਤੇ ਜਿਓਗ੍ਰਾਫੀਕਲ ਇੱਕ ਗੱਲ ਹੈ, ਮਨ ਦੇ ਨਾਲ ਰਿਲੇਟ ਨਹੀਂ ਹੁੰਦੀ, ਸਚਿਆਰ ਬਣਨ ਦੀ ਗੱਲ ਨਹੀਂ ਹੁੰਦੀ। ਲੇਕਿਨ ਜਦੋਂ ਅਸੀਂ ਮਨ ਦੇ ਨਾਲ ਰਿਲੇਟ ਕਰ ਸਚਿਆਰ ਬਣ ਕੇ ਉਹਨੂੰ ਸਮਝਦੇ ਆ ਨਾ, ਤੇ ਤਾਂ ਪਤਾ ਲੱਗਦਾ ਮਨ ਦੇ ਵਿੱਚ ਜਿਹੜੇ ਖਿਆਲ ਆਉਂਦੇ ਨਾ, ਉਹ ਕਦੀ ਇਸ ਤਰ੍ਹਾਂ ਨੇ ਜਿਹੜੇ ਪਤਾਲ ਦੇ ਵਿੱਚ ਜਾਣ ਵਾਲੇ, ਲੱਖਾਂ ਹੀ ਖਿਆਲ ਜਿਹੜੇ ਪਤਾਲ ਦੇ ਵਿੱਚ ਸਾਨੂੰ ਧਕੇਲ ਦਿੰਦੇ ਨੇ। ਉਹਦੇ ਲੱਖ ਆਗਾਸਾਂ ਆਗਾਸ, ਕਈ ਉਚਾਈਆਂ ਤੱਕ ਲਾਏ ਹੁੰਦੇ ਨੇ। ਸਟੇਬਿਲਿਟੀ ਨਹੀਂ ਹੈ। ਓੜਕ ਓੜਕ, ਉੱਡ ਉੱਡ ਕੇ, ਲੱਭ ਲੱਭ ਕੇ, ਇੱਧਰ ਉੱਧਰ ਭਾਲ ਥਕੇ। ਥਕੇ ਦਾ ਮਤਲਬ, ਜਦੋਂ ਐਕਚੁਅਲ ਮੀਨਿੰਗ ਥਕੇ ਦਾ ਅਸੀਂ ਲੱਭਾਂਗੇ ਨਾ, ਥਕ ਦਾ ਮਤਲਬ ਹੁੰਦਾ ਹੈ ਠਹਿਰਾਵ ਆਉਣਾ। ਜਦੋਂ ਬੰਦਾ ਕਹਿੰਦਾ ਮੈਂ ਥੱਕ ਗਿਆ, ਉਦੋਂ ਮਤਲਬ ਹੁੰਦਾ ਕਿ ਕੋਈ, ਉਦੋਂ ਕਈ ਭਾਸ਼ਾਵਾਂ ਦੇ ਵਿੱਚ ਨਾ ਉਹ ਥੱਕ ਦਾ ਮਤਲਬ ਹੁੰਦਾ ਹੈ ਬਿਲਕੁਲ ਟਿਕ ਜਾਣਾ, ਟਿਕ ਗਿਆ। ਓੜਕ ਓੜਕ ਭਾਲ ਤੱਕ ਵੇਦ ਕਹੇ ਨਿਕਵਾ, ਜਦੋਂ ਵੇਦ ਦਾ ਮਤਲਬ ਹੈ ਗਿਆਨ, ਐਰਣ ਮਤ ਵੇਦ ਇਤਿਹਾਸ ਜਦੋਂ ਪੜ੍ਹਦੇ ਆ ਨਾ, ਜਦੋਂ ਵੇਦਾਂ ਦੀ ਵੇਦ ਉਹ ਗਿਆਨ ਜਦੋਂ ਮਿਲਦਾ ਨਾ, ਵੇਦ ਕਹੇ ਨਿਕਵਾਦ, ਉਹ ਜਦੋਂ ਬਾਤ ਵੇਦਾਂ ਦੀ ਸਮਝ ਆਉਂਦੀ ਨਾ, ਤਾਂ ਇਹ ਮਨ ਓੜਕ ਓੜਕ ਕੇ ਥੱਕ ਕੇ ਭਾਵ ਟਿਕ ਜਾਂਦਾ। ਜਦੋਂ ਇਸ ਐਂਗਲ ਤੋਂ ਸਮਝਦੇ ਨਾ, ਫਿਰ ਉਹ ਮਨ ਦੇ ਨਾਲ ਰਿਲੇਟ ਹੁੰਦੀ ਹੈ ਬਾਣੀ ਸਾਰੀ। ਠੀਕ ਇਸੇ ਤਰ੍ਹਾਂ ਜਦੋਂ ਅਸੀਂ ਇਹਨੂੰ ਮਨ ਦੀ ਗੱਲ ਕਰਦੇ ਨਾ, ਇਸ ਨੂੰ ਅਗਲੀ ਜਦੋਂ ਸੁਣਦੇ ਅਗਮ ਅਗੋਚਰਾ ਤੇਰਾ ਅੰਤ ਨਾ ਪਾਇਆ, ਉਸ ਮਨ ਨੂੰ ਕਿਹਾ ਜਾ ਰਿਹਾ ਕਿ ਮਨ ਜਿਹੜਾ ਐਸੀ ਚੀਜ਼ ਹੈ, ਇਹਨੂੰ ਸਮਝਣ ਦੀ ਕੋਸ਼ਿਸ਼ ਬੜਿਆਂ ਨੇ ਕੀਤੀ ਹੈ। ਕੋਈ 2% ਸਮਝ ਪਾਇਆ, ਕੋਈ 10%, ਕੋਈ 20%, ਕੋਈ 50%, ਲੇਕਿਨ ਜਿਹਨੂੰ ਕਹੋਗੇ ਕੰਪਲੀਟਲੀ, ਜਿਸ ਨੂੰ 100% ਤੱਕ ਉਹ ਸਮਝਣਾ ਬੜਾ ਔਖਾ ਹੈ, ਉੱਥੇ ਤੱਕ ਪਹੁੰਚ ਨਹੀਂ ਪਾਉਂਦੀ। अंतो ना पाया किन्ने तेरा अपना आप तू जाना है, जी जंत सब खेल तेरा क्या को आख वखाना।
ਇਹਦੇ ਅੰਦਰ ਜਿਹੜੇ ਖਿਆਲਾਤ ਜੀ ਜੰਤ ਜਿਹੜੇ ਪੈਦਾ ਹੁੰਦੇ ਨੇ ਚੰਗੇ ਮਾੜੇ ਇਸ ਮਨ ਦੇ ਅੰਦਰ, ਇਹ ਮਨ ਹੀ ਜਾਣਦਾ। ਆਖੇ ਤਾਂ ਵੇਖੇ ਸਭ ਤੂੰ ਹੈ ਜਿਨ ਜਗਤ ਉਪਾਇਆ, ਜਿਹੜਾ ਅੰਦਰ ਜਗਤ ਬਣਿਆ, ਜਿਹੜੀ ਅੰਦਰ ਦੁਨੀਆ ਬਣ ਗਈ ਉਹਦੇ ਅੰਦਰ। ਕਹੇ ਨਾਨਕ ਤੂੰ ਸਦਾ ਅਗਮ ਹੈ ਤੇਰਾ ਅੰਤ ਨਾ ਪਾਇਆ। ਤੂੰ ਅਗਾਮ, ਅਗਾਹ ਤੋਂ ਅਗਾਹ, ਅਗਾਹ ਤੋਂ ਅੱਗੇ, ਅੱਗੇ ਤੋਂ ਅੱਗੇ, ਉਹ ਅੰਤ ਜਿਹੜਾ ਪਾਣਾ ਨਾ ਇਸ ਮਨ ਨੂੰ, ਉਹ ਸਾਰੀ ਗੱਲ ਮਨ ਨੂੰ ਠਹਿਰਾਵ ਦੇਣ ਦੀ ਹੈ। ਸੁਰਨਰ ਮੁੰਜਨ ਅੰਮ੍ਰਿਤ ਖੋਜਤੇ ਸੋ ਅੰਮ੍ਰਿਤ ਗੁਰ ਤੇ ਪਾਇਆ। ਜੋ ਉਸ ਮਨ ਨੂੰ ਟਿਕਾਓ ਖੇੜਾ ਦੇਣ ਦੀ ਜਿਹੜੀ ਗੱਲ ਹੈ ਨਾ, ਜਿਹਨੂੰ ਕਦੀ ਵੀ ਨਾ ਮਰਨ ਵਾਲੀ ਅੰਮ੍ਰਿਤ ਭਾਵ ਜਿਹੜਾ, ਉਹ ਸਦੀਵੀ ਜਿਹੜਾ ਗਿਆਨ, ਸਦੀਵੀ ਖੁਸ਼ੀ ਜਿਹੜੀ ਹੈ ਨਾ, ਸਦੀਵੀ ਖੇੜਾ, ਉਹ ਮਿਲਦਾ ਟੈਕਨੀਕ ਨਾਲ, ਗੁਰ ਦੇ ਨਾਲ। ਪਾਇਆ ਅੰਮ੍ਰਿਤ ਗੁਰ ਕਿਰਪਾ ਕੀਨੀ ਸੱਚਾ ਮਨ ਵਸਾਇਆ। ਇਹ ਅੰਮ੍ਰਿਤ ਜਿਹੜਾ ਨਾ ਉਹ ਮਿਲਿਆ ਹੈ ਗੁਰੂ ਦੀ ਕਿਰਪਾ ਦੇ ਨਾਲ। ਇਹਨੂੰ ਕਿਰਪਾ ਕਹਿੰਦੇ ਨੇ। ਹੁਣ ਕਿਰਪਾ ਦੀ ਡੈਫੀਨੇਸ਼ਨ ਬੜੀ ਖੁੱਲ ਕੇ ਆਉਂਦੀ ਸਾਹਮਣੇ ਦੇ ਨਾਲ। ਇਹ ਅੰਮ੍ਰਿਤ ਜਦੋਂ ਮਿਲ ਜਾਂਦਾ ਨਾ, ਸਮਝੋ ਕਿਰਪਾ ਹੋਈ ਹੈ। ਪਾਇਆ ਅੰਮ੍ਰਿਤ, ਇਹ ਖੇੜਾ ਆਇਆ ਗੁਰ ਕਿਰਪਾ ਕੀਨੀ, ਇਹਨੂੰ ਕਿਸੇ ਕਹਿੰਦੇ ਨੇ ਗੁਰੂ ਦੀ ਕਿਰਪਾ ਹੋਈ। ਅਸੀਂ ਪਤਾ ਨਹੀਂ ਕਿਹੜੀ ਗੁਰੂ ਦੀ ਕਿਰਪਾ ਸਮਝਦੇ ਹਾਂ, ਸਾਡਾ ਖਾਸ ਚੀਜ਼ ਸਾਨੂੰ ਮਿਲ ਜਾਏਗੀ, ਲੱਭ ਜਾਏਗੀ ਤਾਂ, ਕਿਉਂਕਿ ਸੱਚ ਦੇ ਨਾਲ ਅਟੈਚ ਹੋਇਆ। ਹੁਣ ਸੱਚ ਦੇ ਨਾਲ ਜੁੜਨਾ ਜਿਹੜਾ ਨਾ, ਇਹਨੂੰ ਕਹਿੰਦੇ ਨੇ ਕਿਰਪਾ। ਸੋ ਸੇਵਕ ਜਿਸ ਕਿਰਪਾ ਕਰੀ ਨਿਮਕ ਨਿਮਕ ਜਬ ਨਾਨਕ ਹਰੀ। ਕਿਸੇ ਮਟੀਰੀਅਲਿਸਟਿਕ ਚੀਜ਼ਾਂ ਦੀ ਗੱਲ ਨਹੀਂ ਕੀਤੀ। ਜੀ ਜਨ ਸਭ ਤੁਧ ਉਪਾਏ, ਉਹ ਜਿਹੜੇ ਜੀ ਜੰਤ ਜਿਹਦੀ ਗੱਲ ਪਿੱਛੇ ਕੀਤੀ ਹੈ, ਪਹਿਲੇ ਕੀਤੀ ਸੀ ਨਾ, ਜੀ ਜਨ ਸਭ ਖੇਲ ਤੇਰਾ, ਜਿਹੜੇ ਉਹ ਅਬਜੇ ਹੋਏ ਖਿਆਲ ਸੀ, ਜਿਹੜੇ ਜੀ ਜਨ ਸਭ ਤੁਧ ਉਪਾਏ। ਇੱਕ ਵੇਖ ਪਰਸਨ ਆਇਆ, ਜਦੋਂ ਇੱਕ ਮਿਲਿਆ ਨਾ, ਇੱਕ ਦਾ ਗਿਆਨ ਮਿਲਿਆ, ਸੱਚ ਮਿਲਿਆ, ਤੇ ਉਹ ਸਾਰੇ ਪਰਸਨ ਆਏ। ਪਰਸਨ ਭਾਵ ਉਹ ਕਾਬੂ ਦੇ ਵਿੱਚ ਆਏ, ਕੰਟਰੋਲ ਦੇ ਵਿੱਚ ਆਏ, ਟਿਕਾਓ ਆਏ, ਠਹਿਰਾਵ ਆਏ। ਪਰਸਨਾਂ ਦਾ ਮਤਲਬ ਹੁੰਦਾ ਕਿਸੇ ਚੀਜ਼ ਨੂੰ ਪਰਸਨਾ, ਉਹਦੇ ਸੇਵਾ ਕਰਨੀ, ਉਹਦੇ ਕੰਟਰੋਲ ਦੇ ਵਿੱਚ ਰਹਿਣਾ, ਉਹਦੇ ਹੁਕਮ ਦੇ ਵਿੱਚ ਰਹਿਣਾ। ਹੁਣ ਕਿਹੜੇ ਕਿਹੜੇ ਜੀ ਜੰਤ ਦੀ ਗੱਲਾਂ ਹੈਗੇ ਨੇ। ਲੱਭ ਲੋਭ ਅਹੰਕਾਰ ਚੂਕਾ ਸਤਿਗੁਰ ਭਲਾ ਪਾਇਆ। ਇਹ ਲੱਭ ਲੋਭ ਅਹੰਕਾਰ ਇਹ ਚੁੱਕਿਆ ਤੇ ਸਤਿਗੁਰ ਦਾ ਭਲਾ ਪਾਇਆ। ਸਤਿਗੁਰ ਨੂੰ ਉਹ ਜਿਹੜੀ ਨੈਗੇਟਿਵਿਟੀ ਵੀ ਸੀ ਨਾ, ਜਿਹੜੀ ਇਹ ਜਿੰਨੀ, ਇਹ ਪੋਜ਼ਿਟਿਵ ਬਣ ਗਿਆ, ਟਰਾਂਸਫਾਰਮੇਸ਼ਨ ਹੋਈ। ਲੱਭ ਲੋਭ ਅਹੰਕਾਰ ਕਦੀ ਵੀ ਸਾਨੂੰ ਨੈਗੇਟਿਵ ਦੱਸੇ ਜਾਂਦੇ ਨੇ, ਲੇਕਿਨ ਇਹਨੂੰ ਪੋਜ਼ਿਟਿਵ ਬਣਾਇਆ ਜਾ ਸਕਦਾ ਜਦੋਂ ਸੱਚ ਦਾ ਗਿਆਨ ਮਿਲਦਾ। ਲੋਭ ਤੋਂ ਬਿਨਾਂ ਕਦੀ ਵੀ ਤਰੱਕੀ ਨਹੀਂ ਹੈਗੀ, ਅਹੰਕਾਰ ਤੋਂ ਬਿਨਾਂ ਕਦੀ ਵੀ ਸਵਾਭਿਮਾਨ ਨਹੀਂ ਆਉਂਦਾ। ਤੇ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਨਾ, ਇਹ ਪੋਜ਼ਿਟਿਵ ਰੂਪ ਦੇ ਵਿੱਚ ਵੀ ਆਉਂਦੀਆਂ। ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਜਿਸ ਨੂੰ ਆਪ ਤੁਠਾ ਮਤਲਬ ਆਪਣੇ ਆਪ ਦੇ ਉੱਤੇ ਆਪਣੀ ਮਿਹਰ ਆਪ ਹੀ ਕਰਨੀ, ਕਿਰਪਾ ਕਰਨੀ ਹੈ। ਆਪਣੀ ਕਿਰਪਾ ਜਿਸ ਆਪ ਕਰੇ ਸੋ ਸੇਵਕ ਗੁਰ ਕੀ ਮਤ ਲੈ। ਆਪਣੇ ਆਪ ਦੇ ਉੱਤੇ ਆਪ ਜਦੋਂ ਅਸੀਂ ਕਿਰਪਾ, ਉਹ ਕਿਰਪਾ ਨੂੰ ਅਸੀਂ ਲੈਣ ਦੀ ਨਹੀਂ ਕਰਾਂਗੇ ਨਾ, ਉਹ ਮਤ ਸਾਨੂੰ ਆਉਂਦੀ ਨਹੀਂ ਹੈ। ਭਾਵ ਉਸ ਪਾਸੇ ਤੁਰਨ ਦੀ ਜਿਹੜੀ ਕੋਸ਼ਿਸ਼ ਹੈ ਨਾ, ਉਹ ਕੋਸ਼ਿਸ਼ ਸਾਨੂੰ ਆਪ ਹੀ ਉਪਰਾਲਾ ਕਰਨਾ ਪੈਣਾ। ਕਹੇ ਨਾਨਕ ਜਿਸ ਨੂੰ ਆਪ ਤੁਠਾ ਤਿਨ ਅੰਮ੍ਰਿਤ ਗੁਰ ਤੇ ਪਾਇਆ। ਸੋ ਇਹ ਜਿਹੜਾ ਅੰਮ੍ਰਿਤ ਹੈ ਨਾ, ਉਹ ਉਸੇ ਨੂੰ ਮਿਲਦਾ ਜਿਸ ਨੇ ਆਪਣੇ ਆਪ ਦੇ ਇਹ ਉਪਰਾਲਾ ਕੀਤਾ, ਜਿਹਨੇ ਐਫਰਟਸ ਕੀਤੇ ਨੇ। ਹੁਣ ਜਿਹੜਾ ਉਪਰਾਲਾ ਹੈ ਨਾ, ਉਪਰਾਲੇ ਤੋਂ ਬਾਅਦ ਇੱਕ ਸਟੇਜ ਆਉਂਦੀ ਹੈ ਕਿ ਜਿਤਨੀਆਂ ਵੀ ਸਾਡੀਆਂ ਪ੍ਰੋਬਲਮਸ ਹੁੰਦੀਆਂ ਨਾ, ਜਾਂ ਸਾਨੂੰ ਜਿਹੜੇ ਸਾਡੇ ਥਾਟਸ ਨੇ, ਸਾਡੇ ਕਰਮ ਨੇ, ਜਾਂ ਜੋ ਕੀਤੇ ਨੇ, ਜਾਂ ਜੋ ਸੋਚਦੇ ਆ, ਜਦੋਂ ਸੱਚ ਮਿਲਦਾ ਨਾ, ਉਹਨਾਂ ਕੀਤੇ ਕੰਮਾਂ ਦੇ ਉੱਤੇ ਸਾਨੂੰ ਥੋੜੀ ਜਿਹੀ ਨਾ ਸਮਝ ਪੈਂਦੀ ਹੈ, ਰਿਅਲਾਈਜੇਸ਼ਨ ਜਿਹਨੂੰ ਕਹਿੰਦੇ ਆ। ਪਹਿਲੇ ਉਹਨੂੰ ਸੁਣਦੇ ਆ ਕਿ ਹਾਂ ਵੀ ਇਹ ਖਿਆਲ ਸਾਡੀ ਕਿਤੇ ਗਲਤ ਸੀ ਜਾਂ ਇਹ ਖਿਆਲ ਸੀ। ਫਿਰ ਉਹਨੂੰ ਸੋਚ ਕੇ ਨਾ ਆਪਣੇ ਆਪ ਦੇ ਵਿੱਚ ਇੱਕ ਗਲਤੀ ਦਾ ਅਹਿਸਾਸ ਹੁੰਦਾ ਹੈ, ਭਾਵ ਇੱਕ ਸ਼ਰਮ ਆਉਂਦੀ ਹੈ, ਸ਼ਰਮ ਮਹਿਸੂਸ ਹੁੰਦੀ ਹੈ। ਇਹ ਜਿਹੜੀ ਸ਼ਰਮ ਆਣੀ ਹੈ ਨਾ, ਜੇ ਗਲਤੀ ਦਾ ਅਹਿਸਾਸ ਹੋਣਾ ਹੈ, ਇਹ ਸ਼ਰਮ ਜਿਹੜੀ ਬੜੀ ਪੋਜ਼ਿਟਿਵ ਚੀਜ਼ ਹੈ। ਸਾਨੂੰ ਅਗਲੀ ਗਲਤੀ ਕਰਨ ਦੇ, ਸਾਡਾ ਦਿਮਾਗੀ ਵਿਕਾਸ ਕਰਨ ਦੇ ਵਿੱਚ ਬੜੀ ਹੈਲਪ ਕਰਦੀ ਹੈ ਜਦੋਂ ਨੈਕਸਟ ਟਾਈਮ ਉਹ ਸਿਚੁਏਸ਼ਨ ਆਉਂਦੀ ਹੈ।
लेकिन होंदा की है असी करते नहीं, उस टाइम गलती मन्नी नहीं, एहसास किया नहीं, दोबारा फिर सिचुएशन के उत्ते फिर वही काम हो जाता। अज हो रहा साढ़े नाल, तुसीं कह रहे हो अज जनरल विचार है बरगाड़ी दे विच जो होया ना उस टाइम गलती मन्नी, ना अज गलती मन्नी जा रही। उस टाइम के बयान होर सी, अज बयान होर है। और जो उस टाइम बयान दिते गए सी, अज शर्म भी नहीं आ रही उसके उत्ते, कोई शर्म नहीं आई उसके उत्ते। अज नवी चीज़ां इकट्ठी हो गई, फिर वही गल एहसास ही नहीं होया। लेकिन यह एहसास हो के उसके उत्ते वर्क करके सही रस्ते ते चलना, अपने गलत रस्ते नूं डाइवर्ट करके सही मार्ग ते लियाना, काम बड़ा औखा है। वो जो टर्निंग पॉइंट है ना, टर्निंग पॉइंट बड़ा औखा होंदा है। फॉर एग्जाम्पल रियलाइजेशन तो बाद जी की गल कर रहे हैं, रखड़ी गई है ना हुणे, कितने लोकी ने जड़े इस रखड़ी तो दुखी सी, रखड़ी तो मतलब जड़े ये भार पैंदा सिर ते, जो फॉर्मैलिटियां करनियां पैंदियां घरां दे विच, बहुत सारे सैकड़े करोड़ों दे विच होणगे जिहड़े कहंदे यार वाधू दा भार है, बड़ा बेकार है, फॉर्मैलिटी हैगी है। मैं तो कई बंदियां नूं आप खुद जानदा, पता नहीं सालों साल आपस में पूरा साल शायद मिलते भी नहीं, गलबात भी नहीं होंदी, एक वो फॉर्मैलिटी करन जांदे हैं, कहंदे बस टाणा है काम। इन्ने करोड़ बंदे जिहड़े कि इहनूं गलत समझते हैं, उहदे चों किन्ने बंदे टर्न लै पाते हैं कि यार इहनूं छड्डिया, कोई विरले, इक्को दुक्का कोई विरला होंदा जिहड़ा कहंदा यार छड्ड। जिहड़ा वो टर्निंग लैण दे उस सोच के उसके उत्ते गवर करन दे कामयाब होंदा ना, उहनूं कहंदे ने भगतां की चाल निराली। जिहड़ा सच तो समझ गया, लेकिन सच ते जदों टर्न लैके चलन की जदों वारी आई, पिछली जदों असीं गल करांगे ना, अमृत गुर ते पाया, वो अमृत मिलिया, वो टैकनीक मिली, गुर मिलिया, पर उहदे ते चलन की जिहड़ी टर्निंग पॉइंट सी ना, वो नहीं लै पाए। पता लग गया कि यह सब फॉर्मैलिटी हैगी, ये सब बेकार दी रस्म रिवाज रीति रिवाज सब सिर ते भार ने, पर उन्होंने तोड़न की हटान की ते चलन की जिहड़ी है ना, वो हिम्मत नहीं पैंदी। भगता की चाल निराली, चाला निराली भगता गिरी, विखम मार्ग चलना। अब विखम है थोड़ा मार्ग, विखम का मतलब औखा नहीं है, विखम का मतलब यह नहीं कि ये कोई चल नहीं पाता, ये मतलब है कि ये चलना जोड़ा है ना, वो थोड़ी जी दिक्कत करता है कि सोसाइटी की कहेगी, समाज की कहेगा। जिन्होंने छोड़िया या किसी ने हिम्मत करके छड़िया, पुछो उन्होंने की बिगड़िया, वो सौखे होए ने। लेकिन जो छड्डण वेले लगता कि समाज की कहेगा, सोसाइटी की कहेगी, असी पता नहीं टिकांगे कि नहीं टिकांगे। जिन्हों गुरबाणी कहते ना, मन की मत त्यागो हरजन, यह बात कठिन नहीं। यह जी मन की मत नूं त्यागना जड़ा ना, यह सब तो कठिन है। यह नहीं कि एक दो रस्ते ने, जिवें मान लो एक सच का रस्ता है, एक झूठ का रस्ता है। झूठ के रस्ते ते चल रहा बंदा, वो कहता यार सच के रस्ते चलना बड़ा औखा है, पता नहीं दुनिया किस तरह विचरांगे। ये तो गुरबाणी यह कहती है कि इस रस्ते ते चलना औखा नहीं है, इस तो इस जगह ते आके पलटा मारना ना औखा है। मन की मत यह त्यागना औखा है, ऐसे चलना औखा नहीं है। असी यह छड्डेंगे तो इधर आएगा ना, तू कह रहा है चलना औखा, गुरबाणी कहनी है चलना औखा नहीं है, यह छड्डना औखा, तू यह नहीं छड्ड पा रहा। मन की मत खन्यो तिखी वालो निकी है, तो मार्ग जाना, इनू ही खन्यो तिखी वालो निकी कहते हैं। गुर प्रसादी जिन आप तजया हर वासना समानी। गुर प्रसादी की है, गुरु की कृपा। जो गुर प्रसाद पढ़ते हैं ना, प्रसाद का मतलब तो कृपा ही होंगे। वैसे तो जो असी पढ़ते हैं ना, जिन्होंने असी मूल मंत्र कहते हैं गलती के नाल, एक ओंकार सतनाम करता पुर, हुण जो डेफिनेशन दसते हैं कि यह सारे रब्बी गुण ने। एक ओंकार सतनाम करता पुरख निरभव निर्वैर अकाल मूरत अजूनी सहबंग। तो गुरप्रसाद का मतलब है गुरु की कृपा के नाल उतले मिलते हैं। पर उन्होंने थोड़ा जिहा विचार करिए कि जो एक लिस्ट दी जाती है ना, तो लिस्ट के एक वर्ड जोड़ा ना, अगर एक वर्ड की गल है, एक वर्ड जो सैपरेट नहीं हो सकता कि उतले गुण जोड़े ने सहभंग तक गुरु की कृपा नाल मिलते रहे।
ਗੁਰਪ੍ਰਸਾਦ ਵੀ ਆਪਣੇ ਆਪ ਵਿੱਚ ਗੁਣ ਹੈ। ਗੁਰਪ੍ਰਸਾਦ ਦਾ ਮਤਲਬ ਹੈਗਾ ਗੁਰੂ ਦਾ ਗਿਆਨ। ਔਰ ਰੱਬੀ ਗੁਣ ਜਿਹੜੇ ਨਾ ਉਹ ਸਾਰੇ ਗੁਣਾਂ ਦੇ ਵਿੱਚ ਉਹਨੇ ਇਹ ਵੀ ਗੁਣ ਹੈਗਾ ਉਹਦਾ ਕਿ ਆਪਣਾ ਗਿਆਨ ਜਿਹੜਾ ਨਾ ਚਾਰੋਂ ਪਾਸੇ ਫੈਲਾਇਆ ਹੋਇਆ, ਕਣ ਕਣ ਦੇ ਵਿੱਚ ਉਹ ਰੱਬੀ ਗਿਆਨ ਮੌਜੂਦ ਹੈ। ਗੁਰਪ੍ਰਸਾਦ ਇਹ ਵੀ ਉਹਦਾ, ਇਹਦੀ ਵੀ ਉਹਦੀ ਕੁਆਲਿਟੀ ਹੈ, ਗੁਣ ਹੈ। ਕਹੇ ਨਾਨਕ ਚਾਲ ਭਗਤਾਂ ਗੁਰਪ੍ਰਸਾਦੀ ਜਿਨ ਆਪ ਤਜਿਆ ਹਰ ਵਾਸਨਾ ਸਮਾਣੀ। ਗੁਰੂ ਦੀ ਕਿਰਪਾ ਦੇ ਨਾਲ ਜਿਨ੍ਹਾਂ ਨੇ ਆਪਣਾ ਆਪ ਛੱਡਿਆ, ਆਪ ਤਜਿਆ, ਹਰ ਵਾਸਨਾ ਭਾਵ ਉਹ ਸੱਚ ਦਾ ਗਿਆਨ ਲੈਣ ਦੀ ਜਿਹੜੀ ਲਾਲਸਾ ਹੈ ਉਹ ਸਮਾਈ ਹੁੰਦਾ। ਮਤਲਬ ਇਹਨੂੰ ਇੱਕ ਨੂੰ ਛੱਡਿਆ ਤੇ ਦੂਜੇ ਪਾਸੇ ਆ ਗਿਆ। ਕਹੇ ਨਾਨਕ ਚਾਲ ਭਗਤਾਂ ਜੁਗੋ ਜੁਗ ਨਿਰਾਲੀ। ਇਹ ਸਦੀਵੀ ਸੱਚ ਹੈ। ਜਿਉ ਤੂੰ ਚਲਾਏ ਤਿਵ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਹੁਣ ਜਦੋਂ ਇਹ ਚੱਲਣਾ ਹੈ ਨਾ, ਇਹ ਚੱਲਣਾ ਕੀ ਹੈ? ਕੋਈ ਸਾਹਮਣੇ ਕੋਈ ਇੱਕ ਸੜਕ ਥੋੜਾ ਬਣੀ ਚੱਲਣਾ। ਚੱਲਣ ਦਾ ਮਤਲਬ ਹੈਗਾ ਉਹਦੇ ਨਿਯਮ ਦੇ ਵਿੱਚ ਚੱਲਣਾ, ਰੱਬੀ ਨਿਯਮ, ਰੱਬੀ ਹੁਕਮ, ਸਿਸਟਮ ਦੇ ਵਿੱਚ ਚੱਲਣਾ। ਸਿਸਟਮ ਰੱਬੀ ਹੁਕਮ ਦਾ ਗੱਲ ਕੀਤੀ ਸੀ ਕਿ ਬੜਾ ਵਾਸਟ ਲੰਬਾ ਟੌਪਿਕ ਹੈ, ਅਸੀਂ ਕਈ ਵਾਰੀ ਗੱਲ ਕਰ ਚੁੱਕੇ ਹਾਂ, ਕਈ ਸਾਲਾਂ ਤੋਂ ਕਰਦੇ ਆ ਰਹੇ ਹਾਂ, ਪਰ ਇਹਦਾ ਇੱਕ ਵੱਖਰਾ ਕਦੀ ਇਹਦੇ ਨਾਲ ਗੱਲ ਕਰਾਂਗੇ ਇਹਦੇ ਬਾਰੇ ਕਿ ਰੱਬੀ ਨਿਯਮ, ਰੱਬੀ ਹੁਕਮ ਕੀ ਹੁੰਦਾ। ਹੁਕਮ ਰਜ਼ਾਈ ਚੱਲਣਾ, ਨਿਯਮ ਦੇ ਵਿੱਚ ਚੱਲਣਾ, ਨਾਨਕ ਲਿਖਿਆ ਨਾਲ। ਜਿਉਂ ਤੋਂ ਚਲਾਵੇ ਤੇ ਚੱਲੇ ਸੁਆਮੀ, ਹੋਰ ਕਿਆ ਜਾਣਾ ਗੁਣ ਤੇਰੇ। ਜਿਸ ਉਸ ਨਿਯਮ, ਰੱਬੀ ਨਿਯਮ ਦੇ ਵਿੱਚ ਚੱਲਣਾ ਨਾ, ਇਹ ਸਭ ਤੋਂ ਵੱਡਾ ਗੁਣ ਹੈ। ਇਸ ਤੋਂ ਵੱਡਾ ਕੋਈ ਗੁਣ ਹੀ ਨਹੀਂ। ਇੱਕ ਨਿਯਮ ਦੇ ਵਿੱਚ ਚੱਲ ਗਿਆ ਨਾ, ਸਾਰੇ ਗੁਣ ਉਹਦੇ ਕੁਆਲਿਟੀ ਉਹਦੇ ਚ ਆ ਜਾਂਦੀ ਹੈ। ਜਿਉ ਤੋਂ ਚਲਾਏ ਤਿਵ ਚੱਲੇ ਜਿੰਨਾ ਮਾਰਗ ਪਾਵੇ। ਜਿਨ੍ਹਾਂ ਨੇ ਆਪਣੇ ਆਪ ਨੂੰ ਇਸ ਮਾਰਗ ਤੇ ਪਾਇਆ ਨਾ, ਉਹਨਾਂ ਦੇ ਵਾਸਤੇ ਸਿਰਫ ਇਹੀ ਹੈ ਕਿ ਮੈਂ ਰੱਬੀ ਨਿਯਮ ਦੇ ਵਿੱਚ ਚੱਲਣਾ, ਰੱਬੀ ਨਿਯਮ ਦੇ ਸਿਸਟਮ ਤੋਂ ਬਾਹਰ ਨਹੀਂ ਜਾਣਾ। ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ। ਫਿਰ ਆ ਗਈ ਕਿਰਪਾ ਦੀ ਗੱਲ। ਹੁਣ ਕਿਰਪਾ ਕੀ ਹੋਈ? ਕਰ ਕਿਰਪਾ ਜਿਨ ਨਾਮ ਲਾਏ ਸੇ ਹਰ ਹਰ ਸਦਾ ਧਿਆਵੇ ਦਾ ਮਤਲਬ ਹੋ ਗਿਆ ਉਹ ਸੱਚ ਨੂੰ ਆਪਣੇ ਨਾਲ ਸੰਜੋ ਕੇ ਰੱਖਣਾ, ਸੱਚ ਨੂੰ ਹਰ ਵੇਲੇ ਉਹਦਾ ਰਿਅਲਾਈਜੇਸ਼ਨ ਰੱਖਣੀ। ਜਿਸ ਨੂੰ ਕਥਾ ਸੁਣਾਏ ਆਪਣੀ ਸੇ ਗੁਰਦੁਆਰੇ ਸੁਖ ਪਾਵੇ। ਭਾਵ ਜਿਹਨੂੰ ਇਹ ਕਥਾ, ਭਾਵ ਜਿਹਨੂੰ ਇਹ ਤੱਤ ਨਿਚੋੜ, ਜਿਹਨੂੰ ਇਹ ਰੱਬੀ ਨਿਯਮ ਦੀ ਸੋਝੀ ਜਿਹੜੀ ਪੈਂਦੀ ਹੈ ਨਾ, ਇਹ ਸੋਝੀ ਦੀ ਗੱਲ ਕੀਤੀ। ਕਥਾ ਸੁਣਾਏ ਆਪਣੀ ਤੋਂ ਭਾਵ ਉਹ ਸੋਝੀ, ਉਹ ਤੱਤ ਗਿਆਨ ਸੇ ਗੁਰਦੁਆਰੇ ਸੁਖ ਪਾਵੇ। ਗੁਰਦੁਆਰੇ ਮਤਲਬ ਗੁਰੂ ਦੇ ਦੁਆਰਾ, ਉਹ ਟੈਕਨੀਕ ਦੇ ਦੁਆਰਾ ਹੀ ਸੁਖ ਪੈਂਦਾ। ਇਹ ਚੱਲਣ ਦੀ ਜਿਹੜੀ ਟੈਕਨੀਕ ਹੈ ਨਾ, ਉਹਦੇ ਨਾਲ ਹੀ ਸੁਖ ਮਿਲਦਾ। ਕਹੇ ਨਾਨਕ ਸੱਚੇ ਸਾਹਿਬ ਜਿਉਂ ਭਾਵੈ ਤਿਵੇਂ ਚਲਾ। ਕਿ ਜਿਹੜਾ ਜਿਸ ਤਰ੍ਹਾਂ ਉਸ ਰੱਬ ਨੂੰ, ਜਿਹੜਾ ਉਹਦੇ ਨਿਯਮ ਨੇ ਨਾ, ਸਿਸਟਮ ਨੇ, ਭਾਵੇ ਦਾ ਮਤਲਬ ਉਹਦਾ ਨਿਯਮ ਹੀ ਹੈ, ਭਾਵੇ ਦਾ ਮਤਲਬ ਉਹਦਾ ਸਿਸਟਮ ਹੈ, ਤਿਵੇਂ ਚਲਾਵੇ। ਇਹ ਮਨ ਜਿਹੜਾ ਨਾ ਉਸੇ ਨਿਯਮ ਸਿਸਟਮ ਦੇ ਅਧੀਨ ਚੱਲਦਾ। ਸੋ ਸਾਰੀ ਜਿਹੜੀ ਗੁਰਬਾਣੀ ਮਨ ਨੂੰ ਸੰਬੋਧਿਤ ਹੈ, ਇਹਨੂੰ ਅਸੀਂ ਕਿਸੇ ਹੋਰ ਉਹੀ ਗੱਲ ਆ ਜਾਂਦੀ ਕਿ ਜਿਹੜੇ ਵੇਦ ਪੁਰਾਣ ਜਾਂ ਬ੍ਰਾਹਮਣੀ ਮਤ ਦੇ ਨਾਲ, ਉਸ ਐਨਕ ਦੇ ਨਾਲ ਦੇਖਾਂਗੇ ਨਾ, ਤੇ ਫਿਰ ਪਤਾ ਨਹੀਂ ਬੜਾ ਕਿਹੜਾ ਬ੍ਰਹਮ ਗਿਆਨ ਹੈ, ਇੰਝ ਮਿਲਦਾ ਉਂਝ ਮਿਲਦਾ, ਉਹ ਸਤਵੇਂ ਅਸਮਾਨ ਤੇ ਫਿਰ ਦੁਆਰ ਖੁੱਲ੍ਹਦੇ ਨੇ, ਪਤਾ ਨਹੀਂ ਕਿਹੜਾ ਉਸ ਐਂਗਲ ਤੋਂ ਸਮਝਾਂਗੇ ਨਾ, ਤੇ ਗੱਲ ਬੜੀ ਭਾਰੀ ਹੋ ਜਾਂਦੀ ਹੈ, ਬੜੀ ਔਖੀ ਔਰ ਬੜੀ ਭਾਰੀ ਲੱਗਦੀ। ਔਰ ਸਾਨੂੰ ਪਤਾ ਨਹੀਂ ਕਿੰਨੇ ਸਦੀਆਂ ਤੋਂ ਇਸ ਢੰਗ ਦੇ ਨਾਲ ਬੇਵਕੂਫ ਬਣਾਇਆ ਹੋਇਆ, ਔਰ ਅਸੀਂ ਬਣੇ ਜਾ ਰਹੇ ਹਾਂ। ਔਰ ਕਮਾਲ ਦੀ ਮੈਨੂੰ ਗੱਲ ਲੱਗਦੀ ਹੈ ਇਤਨੀ ਕਿ ਸਾਹਮਣੇ ਬੈਠੇ ਕਥਾ ਕਰ ਰਹੇ ਹੁੰਦੇ, ਬ੍ਰਹਮ ਦੀ ਵਿਚਾਰ ਕਰ ਰਹੇ ਹੁੰਦੇ ਨੇ, ਔਰ ਇਤਨੀ ਜਨਤਾ ਨੂੰ ਬੇਵਕੂਫ ਬਣਾਉਂਦੇ ਨੇ, ਔਰ ਅਸੀਂ ਬਣਦੇ ਹੀ ਰਹਿੰਦੇ ਹਾਂ। ਆਪਣੇ ਅੱਗੇ ਨੋਟਾਂ ਦੀ ਢੇਰੀਆਂ ਲਵਾ ਲੈਂਦੇ ਨੇ, ਉਹਨੂੰ ਇਕੱਠੇ ਕਰਕੇ ਥੈਲੇ 'ਚ ਪਾ ਕੇ ਤੁਰ ਜਾਂਦੇ ਨੇ, ਤੇ ਸਾਨੂੰ ਕਹਿੰਦੇ ਨੇ ਤੁਹਾਨੂੰ ਰੱਬ ਦੇਗਾ। ਮਤਲਬ ਇਸ ਤੋਂ ਵੱਡੀ ਬੇਵਕੂਫੀ ਹੋ ਨਹੀਂ ਸਕਦੀ ਸਾਡੀ। ਸਾਨੂੰ ਕਹਿੰਦੇ ਨੇ ਰੱਬ ਦੇਗਾ, ਔਰ ਆਪਣੇ ਨੋਟ ਇਕੱਠੇ ਕੀਤੇ ਤੇ ਤੁਰ ਪਏ। ਸੋ ਇਹ ਗੱਲ ਸਾਨੂੰ ਜਿਹੜੀ ਹੈ ਨਾ ਸਮਝਣੀ ਚਾਹੀਦੀ ਹੈ। ਔਰ ਗੁਰਬਾਣੀ ਨੂੰ ਬੜੇ ਸੌਖੇ ਔਰ ਸਾਦੇ ਢੰਗ ਨਾਲ ਜਿੰਨਾ ਸਮਝਾਂਗੇ, ਸਾਨੂੰ ਨਹੀਂ ਗੁਰਬਾਣੀ ਜ਼ਿਆਦਾ ਸਮਝ ਆਏਗੀ। ਇਹਨੂੰ ਬੋਝਲ ਔਰ ਜ਼ਿਆਦਾ ਭਾਰਾ ਕਰਕੇ ਨਾ ਸਮਝੀਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।